और मैं उस दिन शंका भी ਜ਼ਾਹਰ ਕੀਤੀ ਸੀ ਵੀ ਸਰਕਾਰ और ਸਕੂਲਾਂ ਦੀ ਮਿਲੀ ਭੁਗਤ ਦਾ ਆ ਨਤੀਜਾ ਨਿਕਲਿਆ। 1 ਸਾਲ ਦੇ ਬੱਚੇ ਦਾ ਗੈਪ ਪੈ ਜੂਗਾ ਕੋਈ ਬੱਚੇ ਦੀ PhD ਨੂੰ ਰੁਕਣ ਲੱਗੀ। ਉਹ ਕੋਈ ਕਾਨੂੰਨ ਨਾਂ ਦੀ ਚੀਜ਼ ਤਾਂ ਮੈਨੂੰ ਨਜ਼ਰ ਆਈ ਨਹੀਂ, ਕਿਤੇ ਨਾ ਕਿਤੇ ਸੈਟਿੰਗ ਜ਼ਰੂਰ ਨਜ਼ਰ ਆ ਰਹੀ ਹੈ। ਹਾਈ ਕੋਰਟ ਨੇ ਸਾਰਾ ਫੈਸਲਾ ਹੀ ਸਕੂਲ ਦੇ ਹੱਕ 'ਚ ਦੇ ਦਿੱਤਾ। ਜਿੰਨੇ ਲੋਕ ਇਸ ਵੇਲੇ ਖੜੇ ਆ ਉਹ ਸਾਰੇ ਹਿੱਲੇ ਆ ਤੇ ਸਕੂਲ ਕਹਿੰਦੇ ਅਸੀਂ ਫੀਸ ਲੈਣੀ ਆ। ਹਾਈ ਕੋਰਟ ਨੇ ਇੱਕ ਫੈਸਲਾ ਸੁਣਾ ਕੇ ਇੱਕ ਬੋਝ ਹੋਰ ਟੈਨਸ਼ਨ ਪਾਤੀ ਆ। ਕੋਰਟ ਔਰ ਸਰਕਾਰ ਜਿਹੜੀ ਆ ਇਹਨਾਂ ਦੋਨਾਂ ਦੇ ਵਿੱਚੋਂ ਪਾਵਰਫੁਲ ਕੌਣ ਆ? ਗੌਰਮੈਂਟ ਜੇ ਸਾਡਾ ਨਹੀਂ ਸੋਚੇਗੀ ਤਾਂ ਅਸੀਂ ਕਿਹਨੂੰ ਕਵਾਂਗੇ? ਸਰਕਾਰ, ਸਿੱਖਿਆ ਵਿਭਾਗ ਤੇ ਸਕੂਲ ਇੱਕੋ ਹੀ ਧਰਿਆ। ਲੋਕ ਵਿਰੋਧੀ ਇਹ ਜੱਜਮੈਂਟ ਹੈਗੀ ਆ। ਜਦੋਂ ਆਉਂਦੀ ਆ ਜੱਜਮੈਂਟ, ਇਹ ਪਿਛੋਕੜ ਵੱਲ ਨਿਗਾਹ ਮਾਰ ਕੇ ਦੇਖ ਲਿਓ, ਉਹ ਜੱਜ ਜਿਹੜੇ ਹੈਗੇ ਆ ਬਹੁਤ ਥੋੜੇ ਸਮੇਂ ਦੇ ਵਿੱਚ ਰਿਟਾਇਰ ਹੋ ਜਾਂਦੇ ਆ। ਕਰੋਨਾ ਵਾਇਰਸ ਦਰਮਿਆਨ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਔਰ ਇਸ ਸਭ ਦੇ ਦਰਮਿਆਨ ਨਿੱਜੀ ਸਕੂਲਾਂ ਦੇ ਵੱਲੋਂ ਜਦੋਂ ਫੀਸਾਂ ਲਈ ਮਾਪਿਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਮਾਪਿਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਔਰ ਹਾਈ ਕੋਰਟ ਦੇ ਵਿੱਚ ਬਕਾਇਦਾ ਇਸ ਦੀ ਸੁਣਵਾਈ ਲੰਬੇ ਤੌਰ ਤੇ ਚੱਲੀ। ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ, ਸਿੱਖਿਆ ਵਿਭਾਗ ਨੇ ਆਪਣਾ ਪੱਖ ਰੱਖਿਆ, ਨਿੱਜੀ ਸਕੂਲਾਂ ਨੇ ਆਪਣਾ ਪੱਖ ਰੱਖਿਆ, ਮਾਪਿਆਂ ਨੇ ਵੀ ਆਪਣਾ ਪੱਖ ਰੱਖਿਆ। ਸੋ ਅੱਜ ਹਾਈ ਕੋਰਟ ਦੇ ਬੈਂਚ ਨੇ ਇਸ ਸੰਬੰਧੀ ਫੈਸਲਾ ਸੁਣਾ ਦਿੱਤਾ ਔਰ ਫੈਸਲੇ ਦੇ ਵਿੱਚ ਮਾਪਿਆਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਹਾਈ ਕੋਰਟ ਮੁਤਾਬਕ ਨਿੱਜੀ ਸਕੂਲ ਟਿਊਸ਼ਨ ਫੀਸ ਤੇ ਦਾਖਲਾ ਫੀਸ ਲੈ ਸਕਦੇ ਆ। ਹੁਣ ਇਸ ਫੈਸਲੇ ਤੋਂ ਬਾਅਦ ਮਾਪਿਆਂ ਦਾ ਤੇ ਸਿਆਸੀ ਆਗੂਆਂ ਦਾ ਕਿਹੋ ਜਿਹਾ ਰਿਐਕਸ਼ਨ ਹੈ ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਰਨੈਲ ਨੰਗਲ ਹੁਣਾਂ ਨੇ ਫਗਵਾੜੇ ਦੇ ਵਿੱਚ ਨਿੱਜੀ ਸਕੂਲਾਂ ਦੇ ਖਿਲਾਫ ਵੱਡਾ ਮੋਰਚਾ ਖੋਲ੍ਹਿਆ ਸੀਗਾ। ਲੋਕ ਇਨਸਾਫ ਪਾਰਟੀ ਦੇ ਆਗੂ ਨੇ। ਨੰਗਲ ਸਾਹਿਬ, ਫੈਸਲਾ ਆ ਗਿਆ ਆ ਤੇ ਅਦਾਲਤਾਂ ਦੇ ਜਦੋਂ ਫੈਸਲੇ ਆ ਜਾਂਦੇ ਆ ਤੇ ਫਿਰ ਸਰਕਾਰਾਂ ਵੀ ਜਿਹੜੀਆਂ ਕਹਿ ਦਿੰਦੀਆਂ ਅਸੀਂ ਕੁਝ ਨਹੀਂ ਕਰ ਸਕਦੇ, ਤੇ ਹੁਣ ਇਸ ਫੈਸਲੇ ਤੋਂ ਬਾਅਦ ਤੁਹਾਡਾ ਕੀ ਰਿਐਕਸ਼ਨ ਆ? ਜਸਵੀਰ ਭਾਜੀ, ਅਸੀਂ ਨਾ ਜਿਸ ਦਿਨ ਅੰਦੋਲਨ ਸ਼ੁਰੂ ਕੀਤਾ ਸੀ 22 ਤਰੀਕ ਸੀ ਉਦੋਂ, ਔਰ 22 ਤਰੀਕ ਨੂੰ ਪਹਿਲੀ ਜੱਜਮੈਂਟ ਆਈ ਸੀ ਕਿ 70% ਤੱਕ ਜਿਹੜੀ ਆ ਉਹ ਫੀਸ ਵਸੂਲੀ ਜਾ ਸਕਦੀ ਹੈ। ਇਹ ਉਸੇ ਦਿਨ ਦੀ ਜੱਜਮੈਂਟ ਸੀ ਔਰ ਉਸੇ ਦਿਨ ਮੈਂ ਇੱਕ ਐਪਲੀਕੇਸ਼ਨ ਵਿਡਰਾਅ ਔਰ ਇੱਕ ਐਪਲੀਕੇਸ਼ਨ ਦੇ ਉੱਤੇ ਜੱਜਮੈਂਟ ਆਈ। ਦੋਨੋਂ ਇੱਕੋ ਹੀ ਦਿਨ ਦੀਆਂ ਸੀਗੀਆਂ ਔਰ ਮੈਂ ਉਹ ਤੁਹਾਨੂੰ ਦਿਖਾਈਆਂ ਵੀ ਸੀਗੀਆਂ, ਸ਼ਾਇਦ ਮੀਡੀਆ ਦੇ ਵਿੱਚ ਵੀ ਮੈਂ ਉਹ ਫਲੈਸ਼ ਕੀਤੀਆਂ ਸੀ। ਔਰ ਮੈਂ ਉਸ ਦਿਨ ਸ਼ੰਕਾ ਵੀ ਜ਼ਾਹਰ ਕੀਤੀ ਸੀ ਵੀ ਸਰਕਾਰ ਔਰ ਸਕੂਲਾਂ ਦੀ ਮਿਲੀ ਭੁਗਤ ਦਾ ਆ ਨਤੀਜਾ ਨਿਕਲਿਆ ਔਰ ਸਾਨੂੰ ਇਹ ਆਸ ਵੀ ਸੀਗੀ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ। ਉਹ ਇਸ ਗੱਲ ਨੂੰ ਕੋਰਟ ਦੇ ਥਰੂ ਜਿਹੜਾ ਹੈਗਾ ਆਪਣਾ ਪੱਲਾ ਝਾੜ ਕੇ ਪਰੇ ਹੋਣਾ ਚਾਹੁੰਦੀ ਆ ਔਰ ਉਹੀ ਉਹਨਾਂ ਨੇ ਕੀਤਾ। ਜਿਹੜੀ ਅੱਜ ਦੀ ਜੱਜਮੈਂਟ ਹੈ, ਹੈਰਾਨਗੀ ਇਸ ਗੱਲ ਦੀ ਹੈ ਕਿ ਜੱਜ ਸਾਹਿਬ ਨੇ ਲੋਕਾਂ ਦਾ ਹਿੱਤ ਨਹੀਂ ਦੇਖਿਆ। ਇਸ ਜੱਜਮੈਂਟ ਦੇ ਵਿੱਚ ਜੱਜ ਸਾਹਿਬ ਨੇ ਇੱਦਾਂ ਲੱਗਾ ਵੀ ਲੋਕ ਬਚਾਉਣੇ ਜ਼ਰੂਰੀ ਨਹੀਂ ਹੈਗੇ, ਸਕੂਲ ਬਚਾਉਣੇ ਜ਼ਰੂਰੀ ਆ। ਔਰ ਜਿੱਦਾਂ ਦੀ ਜੱਜਮੈਂਟ ਆ ਉਸ ਜੱਜਮੈਂਟ ਦੇ ਮੁਤਾਬਕ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਜੱਜਮੈਂਟ ਆ ਇਹ 'ਤੇ ਕਿਤੇ ਨਾ ਕਿਤੇ ਜਿਹੜਾ ਉਹ ਕੋਈ ਕਾਨੂੰਨ ਨਾਂ ਦੀ ਚੀਜ਼ ਤਾਂ ਮੈਨੂੰ ਨਜ਼ਰ ਆਈ ਨਹੀਂ, ਕਿਤੇ ਨਾ ਕਿਤੇ ਸੈਟਿੰਗ ਜ਼ਰੂਰ ਨਜ਼ਰ ਆ ਰਹੀ ਹੈ। ਨਹੀਂ, ਜਦੋਂ ਜੱਜਮੈਂਟ ਦੀ ਗੱਲ ਕਰਦੇ ਆ ਕਿ ਇਹ ਬਿਲਕੁਲ ਲੋਕਾਂ ਦੇ ਪੱਖ ਦੀ ਨਹੀਂ ਹੈ, ਜਦੋਂ ਇਹ ਬੈਂਚ ਇਹ ਵੀ ਕਹਿੰਦਾ ਹੈ ਕਿ ਜੇ ਕੋਈ ਮਾਂ-ਬਾਪ ਬੱਚੇ ਦੀ ਫੀਸ ਦੇਣ ਦੇ ਯੋਗ ਨਹੀਂ ਆ ਤੇ ਉਹ ਸਰਟੀਫਿਕੇਟ ਉਹ ਤੱਥ ਸਕੂਲ ਦੇ ਅੱਗੇ ਰੱਖ ਦੇਣ ਤਾਂ ਸਕੂਲ ਉਹ ਫੀਸ ਨਹੀਂ ਲਏਗਾ। ਇਹ ਵੀ ਤਾਂ ਇਸ ਜੱਜਮੈਂਟ ਦੇ ਵਿੱਚ ਆਇਆ ਹੈ ਨਾ। ਸਕੂਲ ਦੀ ਮਰਜ਼ੀ ਹੋਏਗੀ, ਇਹ ਸਕੂਲ ਫੈਸਲਾ ਕਰੂਗਾ ਕਿ ਫੀਸ ਲੈਣੀ ਕਿ ਨਹੀਂ ਲੈਣੀ। ਮੰਨ ਲਓ ਕੋਈ ਮਾਪਾ ਜਾ ਕੇ ਕਹਿੰਦਾ ਵੀ ਮੇਰੇ ਕੋਲੋਂ ਇਸ ਵਾਰ ਫੀਸ ਨਹੀਂ ਮੈਂ ਦੇ ਸਕਦਾ। ਹੁਣ ਜਿੰਨੇ ਪੇਰੈਂਟਸ ਖੜੇ ਆ ਇਹਦੇ ਵਿੱਚੋਂ ਦੱਸੋ ਵੀ ਇਹ ਪੇਰੈਂਟਸ ਇਕੱਲੇ ਇਹਨਾਂ ਦੀ ਮੈਂ ਗੱਲ ਨਹੀਂ ਕਰਦਾ, ਓਵਰਆਲ ਪੰਜਾਬ ਦੇ ਵਿੱਚ ਜਿਹੜੇ ਚੰਗੇ ਦੁਕਾਨਦਾਰ ਵੀ ਸੀਗੇ, ਜਿਹੜੇ ਬਹੁਤ ਹਾਈ ਕਲਾਸ ਫੈਮਲੀਆਂ ਕਾਰਪੋਰੇਟ ਘਰਾਣੇ ਹੈਗੇ ਆ, ਜਿਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਵੀ ਧਨ ਇਕੱਠਾ ਕੀਤਾ ਆ, ਉਹਨਾਂ ਨੂੰ ਤਾਂ ਫਰਕ ਕੋਈ ਨਹੀਂ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਲੇਕਿਨ ਮਿਡਲ ਕਲਾਸ ਫੈਮਲੀ ਜਿਹੜੀ ਆ, ਜਿਨ੍ਹਾਂ ਦਾ ਛੋਟਾ ਜਿਹਾ ਬਜਟ ਹੁੰਦਾ ਸੀ ਔਰ ਛੋਟੀ ਜਿਹੀ ਸੇਵਿੰਗ ਵੀ ਹੁੰਦੀ ਸੀ, ਉਹ ਛੋਟੀ ਜਿਹੀ ਸੇਵਿੰਗ ਵਾਲੇ ਤਾਂ ਸਾਰੇ ਰੁਲ ਗਏ। ਤੋ ਅੱਜ ਕਿਹੜੇ ਕੋ ਸਰਟੀਫਿਕੇਟ ਮੰਗਾਂਗੇ? ਕਰੋਨਾ ਦੇ ਵਿੱਚ ਤਾਂ ਕਿਸੇ ਨੇ ਸਰਟੀਫਿਕੇਟ ਵੀ ਨਹੀਂ ਬਣਾ ਕੇ ਦੇਣਾ ਕਿਉਂਕਿ ਇੱਥੇ ਤਾਂ ਜਿੰਨੇ ਲੋਕ ਇਸ ਵੇਲੇ ਖੜੇ ਆ ਉਹ ਸਾਰੇ ਹਿੱਲੇ ਆ ਤੇ ਸਕੂਲ ਕਹਿੰਦੇ ਅਸੀਂ ਫੀਸ ਲੈਣੀ ਆ। ਇਹ ਸਕੂਲਾਂ ਦੀ ਇਹ ਜੱਜਮੈਂਟ ਉਹਨਾਂ ਨੇ ਇਹ ਕਿਹਾ ਵੀ ਸਕੂਲਾਂ ਦੀ ਮਰਜ਼ੀ ਹੋਏਗੀ, ਸਕੂਲ ਫੈਸਲਾ ਕਰਨਗੇ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਇੱਕ ਪਾਸੇ ਸਰਕਾਰ, ਇੱਕ ਪਾਸੇ ਕੋਰਟ ਔਰ ਸਰਕਾਰ ਜਿਹੜੀ ਆ, ਇਹਨਾਂ ਦੋਨਾਂ ਦੇ ਵਿੱਚੋਂ ਪਾਵਰਫੁਲ ਕੌਣ ਆ? ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸਿਆਸੀ ਪਾਰਟੀਆਂ ਕਹਿੰਦੀਆਂ ਕਿ ਸਰਕਾਰ ਨੇ ਜੇ ਕੋਈ ਗਲਤ ਫੈਸਲਾ ਲੈ ਗਿਆ ਤਾਂ ਅਸੀਂ ਸੁਪਰੀਮ ਕੋਰਟ 'ਚ ਚੈਲੰਜ ਕਰਨਾ। ਪਰ ਇੱਥੇ ਇੱਕ ਨੁਕਤਾ ਹੋ ਰਿਹਾ, ਇਹ ਮੰਨ ਕੇ ਚੱਲੀਏ ਫਿਰ ਅਦਾਲਤ ਦੇ ਵਿੱਚ, ਕਿਉਂਕਿ ਇੱਕ ਧਿਰ ਨਹੀਂ ਸੀ ਇਸ ਮਾਮਲੇ ਦੇ ਵਿੱਚ। ਮਾਪੇ ਇੱਕ ਧਿਰ ਸੀ, ਨਿੱਜੀ ਸਕੂਲ ਇੱਕ ਧਿਰ ਸੀ, ਸਿੱਖਿਆ ਵਿਭਾਗ ਇੱਕ ਧਿਰ ਸੀ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਵੀ ਇੱਕ ਧਿਰ ਸੀ। ਇਹ ਉਹੀ ਫੈਸਲਾ ਹੈ ਤਕਰੀਬਨ ਜਿਹੜਾ ਪਹਿਲਾਂ ਫੈਸਲਾ ਆਇਆ ਸੀਗਾ, ਉਸੇ ਫੈਸਲੇ ਨੂੰ ਦੁਬਾਰਾ ਦੁਹਰਾ ਵੀ ਦਿੱਤਾ ਗਿਆ ਕਹਿ ਸਕਦੇ ਹਾਂ ਥੋੜ੍ਹਾ ਜਿਹਾ। ਪਰ ਢਿੱਲ ਰੱਖੀ ਸਰਕਾਰ ਨੇ, ਆਪਣਾ ਪੱਖ ਰੱਖਣ ਦੇ ਵਿੱਚ ਸਿੱਖਿਆ ਵਿਭਾਗ ਨੇ ਢਿੱਲ ਰੱਖੀ, ਤਾਂ ਕਰਕੇ ਇਸ ਤਰੀਕੇ ਦਾ ਫੈਸਲਾ ਆਇਆ। ਇਹਦੇ ਵਿੱਚ ਸਿਰਫ ਦੋ ਹੀ ਧਿਰਾਂ ਸੀ ਜੀ।
ਤੁਸੀਂ ਆਪਾਂ ਇੰਨੀਆਂ ਤਰ੍ਹਾਂ ਤਾਂ ਗਣਾਈਆਂ ਨਾ, ਕਹਿਣ ਨੂੰ ਸਰਕਾਰ ਇੱਕ ਧਿਰ ਸੀ, ਕਹਿਣ ਨੂੰ ਸਿੱਖਿਆ ਵਿਭਾਗ ਇੱਕ ਧਿਰ ਸੀ, ਕਹਿਣ ਨੂੰ ਸਕੂਲ ਇੱਕ ਧਿਰ ਸੀ ਤੇ ਕਹਿਣ ਨੂੰ ਪੇਰੈਂਟਸ ਇੱਕ ਧਿਰ ਸੀ। ਲੇਕਿਨ ਇਹਦੇ ਵਿੱਚ ਕੀ ਆ ਕਿ ਸਰਕਾਰ, ਸਿੱਖਿਆ ਵਿਭਾਗ ਤੇ ਸਕੂਲ ਇੱਕੋ ਹੀ ਧਿਰ ਆ। ਇਹ ਇੱਕੋ ਹੀ ਧਿਰ ਆ। ਇਹਦੇ ਵਿੱਚ ਸਿਰਫ ਦੂਜੀ ਧਿਰ ਆ ਪੇਰੈਂਟਸ। ਔਰ ਪੇਰੈਂਟਸ ਜਿਹੜੇ ਆ ਉਹਨਾਂ ਦੇ ਤਾਂ ਸਿਰ ਦਾ ਸਾਈਂ ਕੋਈ ਨਹੀਂ ਹੈ ਇਸ ਵੇਲੇ, ਕਿਉਂਕਿ ਸਰਕਾਰ ਨੇ ਸੁਣਨੀ ਸੀ ਉਹਨਾਂ ਦੀ, ਸਰਕਾਰ ਨੇ ਉਹਨਾਂ ਦੀ ਸੁਣੀ ਨਹੀਂ। ਸਰਕਾਰ ਨੇ ਆਪਣੇ ਸਿਰੋਂ ਪੱਲਾ ਝਾੜ ਕੇ ਉਹਨਾਂ ਨੇ ਕੋਰਟ ਦੇ ਗਲ ਪਾਤਾ। ਔਰ ਕੋਰਟ ਦੇ ਨਾਲ ਜਿਹੜੀ ਜੱਜਮੈਂਟ ਆਈ ਆ ਉਹ ਬਿਲਕੁਲ ਸੈਟਿੰਗ ਦੇ ਨਾਲ ਆਈ ਆ। ਦੇਖੋ ਸਕੂਲਾਂ ਦਾ ਪੱਖ ਜਿਹੜਾ ਇੰਨੇ ਸਟਰੋਂਗਲੀ ਉਹਨਾਂ ਨੇ ਸੁਣ ਕੇ ਔਰ ਇੰਨਾ ਪਾਵਰਫੁਲ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਇਹ ਜੱਜਮੈਂਟ ਦਿੱਤੀ ਆ। ਇਹਦੇ ਵਿੱਚ ਪਿਛਲੀ ਜਿਹੜੀ ਜੱਜਮੈਂਟ ਸੀ ਨਾ ਉਹਦੇ 'ਚ ਕਿਹਾ ਸੀ 70% ਤੱਕ ਫੀਸ ਪਿਛਲੀ ਜੱਜਮੈਂਟ ਤੱਕ, ਔਰ ਨਾਲ ਇਹ ਵੀ ਕਿਹਾ ਸੀ ਵੀ 70% ਤੱਕ ਤੁਸੀਂ ਟਿਊਸ਼ਨ ਫੀਸ ਹੋਏਗੀ ਕੱਲ, ਉਹ ਵੀ ਟਿਊਸ਼ਨ ਫੀਸ ਹੈ, ਔਰ 70% ਤੱਕ ਤੁਸੀਂ ਜਿਹੜੀ ਆ ਉਹ ਸੈਲਰੀ ਪੇ ਕਰਨੀ ਆ। ਔਰ ਲੇਕਿਨ ਅੱਜ ਦੀ ਜੱਜਮੈਂਟ ਦੇ ਵਿੱਚ ਕੀ ਆ, ਟਿਊਸ਼ਨ ਫੀਸ ਵੀ ਚਾਰਜ ਕਰ ਲਓ, ਟਰਾਂਸਪੋਰਟੇਸ਼ਨ ਫੀਸ ਵੀ ਚਾਰਜ ਕਰ ਲਓ, ਐਡਮਿਸ਼ਨ ਚਾਰजेस ਵੀ ਲੈ ਲਓ। ਕਮਾਲ ਦੀ ਗੱਲ ਹੋ ਗਈ ਆ। ਮਤਲਬ ਇੰਨਾ ਕਿ ਸਕੂਲ ਜਿਹੜੇ ਹੈਗੇ ਆ, ਜਦੋਂ ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਵੀ 3 ਸਾਲਾਂ ਦੀ ਇਹ ਬੈਲੈਂਸ ਸ਼ੀਟ ਜਿਹੜੀ ਹੈਗੀ ਆਪਣੀ ਸ਼ੋਅ ਕਰਨ, ਸਕੂਲ ਜੇ ਕਹਿੰਦੇ ਆ ਝੱਗਾ ਚੁੱਕਦੇ ਆ ਵੀ ਅਸੀਂ ਬਿਲਕੁਲ ਨੰਗ ਹੋ ਗਏ ਆ, ਇਹ ਆਪਣੀ ਬੈਲੈਂਸ ਸ਼ੀਟ ਸ਼ੋਅ ਕਰ ਦੇਣ ਬਈ ਜਿਹੜੀ ਆ ਪਿਛਲੇ 3 ਸਾਲਾਂ ਦੀ। ਇਹ ਤਾਂ ਉਹ ਗੱਲ ਹੋ ਗਈ ਕਿ ਕੋਰਟ ਨੇ ਜਿਹੜਾ ਹੈਗਾ ਉਹ ਇੱਕ ਲੋਕਾਂ ਨੂੰ ਇੱਕ ਵਾਰ ਹੌਸਲਾ ਦੇ ਕੇ ਇੱਕ ਵਾਰ ਇਹ ਕਹਿਤਾ ਵੀ ਠੀਕ ਆ ਅਸੀਂ ਕਰ ਰਹੇ ਹਾਂ, ਲੋਕਾਂ ਦਾ ਵਿਸ਼ਵਾਸ ਮੈਂ ਬਾਜੇ ਠਾਦ ਨਹੀਂ ਚੱਕ ਕੇ ਥੱਲੇ ਮਾਰਿਆ। ਇਹੀ ਹਾਲਾਤ ਜਿਹੜੇ ਆ ਉਹ ਇਹ ਹਾਲਾਤ ਸਾਨੂੰ ਪਿੱਛੇ ਨੂੰ ਲੈ ਕੇ ਜਾਣਗੇ। ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਗੰਧਲਾਪਨ ਆ ਉਹ ਜਿਹੜਾ ਖਤਮ ਹੋਣ ਵਾਲਾ ਨਹੀਂ ਹੈਗਾ। ਇਸ ਕਰਕੇ ਅੱਜ ਲੋਕਾਂ ਨੂੰ ਹੀ ਜਾਗਰਤ ਹੋਣਾ ਪੈਣਾ। ਮੈਂ ਤੈਨੂੰ ਜਿਹੜੀ ਗੱਲ ਕਹਿ ਰਿਹਾ ਸੀ ਤੁਸੀਂ ਉਸ ਗੱਲ ਨੂੰ ਸਮਝੋ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਆ ਉਹਦੇ ਕੋਲ ਪਾਵਰ ਹੈਗੀ ਆ ਵੀ ਕਿਸੇ ਵੀ ਫੈਸਲੇ ਨੂੰ ਉਲੱਦ ਸਕਦੀ ਆ। ਉਹ ਕੋਰਟ ਦੇ ਕਿਸੇ ਵੀ ਫੈਸਲੇ ਨੂੰ ਉਹ ਉਲੱਦ ਸਕਦੀ ਆ। ਅੱਜ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਸਰਕਾਰ, ਸਾਰੀਆਂ ਓਪੋਜੀਸ਼ਨ ਪਾਰਟੀਆਂ ਜਿਹੜੀਆਂ ਇਸ ਗੱਲ ਦੇ ਉੱਤੇ ਇੱਕਮਤ ਹੈਗੀਆਂ ਤੇ ਉਹ ਬੁਲਾਉਣ ਸੈਸ਼ਨ ਬੁਲਾ ਕੇ ਇਹ ਮਤਾ ਪਾਸ ਕਰਨ ਕਿ ਜਿਹੜੇ ਸਕੂਲ ਆ ਉਹਨਾਂ ਨੂੰ ਕੀ ਹਦਾਇਤ ਕੀਤੀ ਜਾਂਦੀ ਆ, ਸਕੂਲ ਜਿਹੜੇ ਹੈਗੇ ਆ ਇਸ ਦੌਰ ਦੇ ਵਿੱਚ ਕਿਹੜੀ ਫੀਸ ਲੈ ਸਕਦੇ ਆ, ਕਿਹੜੀ ਨਹੀਂ ਲੈ ਸਕਦੇ। ਕੋਰਟ ਨੇ ਤਾਂ ਜੇ ਵੀ ਕਹਿਤਾ ਵੀ ਚਾਹੇ ਕਿਸੇ ਨੇ ਆਨਲਾਈਨ ਪੜ੍ਹਾਇਆ ਤੇ ਚਾਹੇ ਕਿਸੇ ਨੇ ਨਹੀਂ ਪੜ੍ਹਾਇਆ ਉਹ ਸਾਰੇ ਫੀਸ ਚਾਰਜ ਕਰ ਲੈਣ ਤੇ ਕਿਹੜੇ ਛੱਡਣਗੇ। ਅੱਜੇ ਹੀ ਜੱਜਮੈਂਟ ਆਈ ਆ ਸਵੇਰੇ ਤੇ ਮੇਰੇ ਖਿਆਲ ਦੁਪਹਿਰੇ ਆਈ ਜੱਜਮੈਂਟ, ਕਰੀਬ ਦੁਪਹਿਰੇ ਜਾਂ ਕਰੀਬ ਆਈ। ਲੇਕਿਨ ਮੈਸੇਜ ਤਾਂ ਮਾਪਿਆਂ ਨੂੰ ਸਵੇਰ ਦੇ ਆ ਰਹੇ ਆ ਵੀ ਫੀਸਾਂ ਅੱਜੇ ਦੇ ਦਿਓ, ਨਹੀਂ ਤਾਂ ਕੱਲ ਤੋਂ ਫਾਈਨ ਵੀ ਲੱਗੂਗਾ ਤੇ ਜੇ ਨਾ ਦਿੱਤੀਆਂ ਤਾਂ ਤੁਹਾਡੇ ਬੱਚਿਆਂ ਦੇ ਨਾਮ ਵੀ ਕੱਟੇ ਜਾਣਗੇ। ਮਾਪਿਆਂ ਨੂੰ ਮੈਸੇਜ ਸਵੇਰ ਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੱਜਮੈਂਟ ਕੀ ਆਉਣੀ ਆ। ਆ ਦੇਖ ਲਿਓ, ਮੈਂ ਤੁਹਾਨੂੰ ਟਾਈਮਿੰਗ ਵੀ ਚੈੱਕ ਕਰਾਉਣਾ ਪੇਰੈਂਟਸ ਦੇ ਕੋਲ ਜਿਹੜੇ ਮੈਸੇਜ ਆਏ ਨਾ ਉਹਨਾਂ ਦੀ ਟਾਈਮ ਵੀ ਚੈੱਕ ਕਰਵਾਉਣਾ ਕਿ ਮੈਸੇਜ ਤਾਂ ਸਵੇਰੇ ਹੀ ਆ ਗਿਆ ਸੀ ਵੀ ਅੱਜ ਦੇ ਦਿਓ। ਹੁਣ ਫੈਸਲਾ ਆ ਗਿਆ ਆ, ਸਕੂਲਾਂ ਨੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਤੁਹਾਡੇ ਮੁਤਾਬਕ ਜੱਜਮੈਂਟ ਤੋਂ ਪਹਿਲਾਂ ਹੀ ਆਣੇ ਸ਼ੁਰੂ ਹੋ ਗਿਆ, ਤੁਹਾਡਾ ਦਾਵਾ ਇਹ ਹੈ। ਪਰ ਇਸ ਸਭ ਤੋਂ ਬਾਅਦ ਹੁਣ ਫੈਸਲੇ ਤੋਂ ਬਾਅਦ, ਕਿਉਂਕਿ ਲੋਕ ਇਨਸਾਫ ਪਾਰਟੀ ਝੰਡਾ ਬਰਦਾਰ ਬਣੀ ਸੀ ਇਸ ਸੰਘਰਸ਼ ਦਾ, ਹੁਣ ਲੋਕ ਇਨਸਾਫ ਪਾਰਟੀ ਵੱਲੋਂ ਅਗਲਾ ਕਦਮ ਕੀ ਹੋਏਗਾ ਇਸ ਮਾਮਲੇ ਦੇ ਵਿੱਚ? ਅਸੀਂ ਇਸ ਮਾਮਲੇ ਦੇ ਵਿੱਚ ਬਿਲਕੁਲ ਵੀ ਜਿਹੜਾ ਹੈਗਾ ਇਹ ਸਾਇਲੈਂਟ ਹੋ ਕੇ ਬੈਠਣ ਵਾਲੇ ਨਹੀਂ ਹੈਗੇ। ਸਰਕਾਰ ਨੇ ਆਪਣਾ ਪੱਲਾ ਝਾੜਨਾ ਸੀ, ਕੋਰਟ ਦੇ ਗਲ ਪਾਉਣਾ ਸੀ, ਪਾਤਾ। ਲੇਕਿਨ ਅਸੀਂ ਇਸ ਚੀਜ਼ ਨੂੰ ਦੁਬਾਰਾ ਸਰਕਾਰ ਦੇ ਗਲ ਜ਼ਰੂਰ ਪਾਵਾਂਗੇ, ਕਿਉਂਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਨਾ ਉਹ ਲੋਕਾਂ ਦੇ ਨੁਮਾਇੰਦੇ ਆ। ਚਾਹੇ ਇੱਥੋਂ ਦੇ ਵਿਧਾਇਕ ਨੇ, ਚਾਹੇ ਕੋਈ ਹੋਰ ਵਿਧਾਇਕ ਨੇ ਜਿਹੜੇ ਸਰਕਾਰ ਨਾਲ ਸੰਬੰਧਿਤ ਆ, ਅਸੀਂ ਸਾਰੇ ਵਿਧਾਇਕਾਂ ਨੂੰ ਇਸ ਗੱਲ ਲਈ ਮਜਬੂਰ ਕਰਾਂਗੇ ਕਿ ਲੋਕ ਜਿਹੜੇ ਹੈਗੇ ਆ ਉਹਨਾਂ ਦੀਆਂ ਇੱਛਾਵਾਂ, ਉਹਨਾਂ ਦੀਆਂ ਜ਼ਰੂਰਤਾਂ, ਉਹਨਾਂ ਦੀਆਂ ਮਜਬੂਰੀਆਂ ਇਹ ਤੁਹਾਨੂੰ ਸਮਝਣੀਆਂ ਪੈਣਗੀਆਂ ਔਰ ਉਹਨਾਂ ਨੂੰ ਇਸ ਗੱਲ ਲਈ ਜਿਹੜਾ ਹੈਗਾ ਮਜਬੂਰ ਕਰਾਂਗੇ ਤਾਂ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਸਪਸ਼ਟ ਬਹੁਮਤ ਦੇ ਵਿੱਚ ਬੈਠੇ ਆ ਉਹ ਸਕੂਲਾਂ ਦੇ ਮਾਮਲੇ ਦੇ ਵਿੱਚ ਆਪਣੀ ਕੋਈ ਨਾ ਕੋਈ ਸਹੀ ਜਿਹੜਾ ਮਤਾ ਪਾਸ ਕਰਕੇ ਸਕੂਲਾਂ ਨੂੰ ਹਦਾਇਤਾਂ ਜਾਰੀ ਕਰਨ। ਕਿਉਂਕਿ ਕਾਨੂੰਨ ਦੇ ਅੰਦਰ, ਸਰਕਾਰ ਦੇ ਅੰਦਰ ਕੰਮ ਕਰਨਾ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਨੇ ਲਿਖ ਕੇ ਦਿੱਤਾ ਹੈ ਸਕੂਲਾਂ ਨੇ, ਜਿੰਨੇ ਵੀ ਪ੍ਰਾਈਵੇਟ, ਚਾਹੇ ਸਕੂਲ ਛੋਟਾ ਚਾਹੇ ਵੱਡਾ, ਲੇਕਿਨ ਜਿਹੜਾ ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਰਕਾਰ ਦੇ ਥੱਲੇ ਕੰਮ ਕਰਨਗੇ। ਐ ਨਹੀਂ ਆਪਣੀਆਂ ਮਨਮਰਜ਼ੀਆਂ ਕਰਨਗੇ ਵੀ ਕਿਸੇ ਨਾਲ ਸੈਟਿੰਗ ਕਰ ਲਈ। ਮੈਂ ਇੱਥੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਦੋਂ ਵੀ ਕੋਈ ਇਦਾਂ ਦੀ ਲੋਕ ਵਿਰੋਧੀ ਜੱਜਮੈਂਟ ਆਉਂਦੀ ਹੈ, ਲੋਕ ਵਿਰੋਧੀ ਇਹ ਜੱਜਮੈਂਟ ਹੈਗੀ ਆ, ਜਦੋਂ ਆਉਂਦੀ ਹੈ ਜੱਜਮੈਂਟ, ਇਹ ਪਿਛੋਕੜ ਵੱਲ ਨਿਗਾਹ ਮਾਰ ਕੇ ਦੇਖ ਲਿਓ, ਉਹ ਜੱਜ ਜਿਹੜੇ ਹੈਗੇ ਆ ਬਹੁਤ ਥੋੜੇ ਸਮੇਂ ਦੇ ਵਿੱਚ ਰਿਟਾਇਰ ਹੋ ਜਾਂਦੇ ਆ, ਬਹੁਤ ਥੋੜੇ ਸਮੇਂ ਦੇ ਵਿੱਚ। ਇਹ ਕਿਤੇ ਨਾ ਕਿਤੇ ਇਹ ਗੱਲ ਤੁਹਾਡੇ ਸਾਹਮਣੇ ਜ਼ਰੂਰ ਆਏਗੀ। ਔਰ ਇਹ ਜੱਜਮੈਂਟ ਜਿਹੜੀ ਆ ਇਹ ਲੋਕ ਵਿਰੋਧੀ ਆ, ਇਹ ਕਾਨੂੰਨ ਨੂੰ ਧਿਆਨ ਦੇ ਵਿੱਚ ਰੱਖ ਕੇ, ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਦਿੱਤੀ ਗਈ। ਇਹ ਜੱਜਮੈਂਟ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਸਕੂਲ ਔਰ ਜਿਹੜੇ ਸਾਡਾ ਸਿੱਖਿਆ ਵਿਭਾਗ ਔਰ ਨਾਲ ਸਾਡੀ ਸਰਕਾਰ, ਇਹਨਾਂ ਸਾਰਿਆਂ ਦੀ ਇੱਕ ਮਿਲੀ ਭੁਗਤ ਆ, ਜਿਹਦੇ ਨਾਲ ਇਹਨਾਂ ਨੇ ਮਾਪਿਆਂ ਨੂੰ ਜਿਹੜਾ ਆ ਲੁੱਟਣ ਦਾ ਪੂਰਾ ਪਲਾਨ ਕਰਕੇ ਇਹਨਾਂ ਨੇ ਇਹ ਜੱਜਮੈਂਟ ਦਵਾਈ ਹੈ।
ਫਿਲਹਾਲ ਜੇ ਕਾਨੂੰਨੀ ਨੁਕਤਿਆਂ ਨੂੰ ਦੇਖੀਏ ਤੇ ਅਜੇ ਸੁਪਰੀਮ ਕੋਰਟ ਵਾਲਾ ਰਾਹ ਬਚਦਾ ਆ ਅਤੇ ਮਾਪੇ ਜਿਹੜੇ ਆ ਜਾਂ ਫਿਰ ਲੋਕ ਇਨਸਾਫ ਪਾਰਟੀ ਜਿਵੇਂ ਕਹਿੰਦੀ ਹੈ ਕਿ ਅਸੀਂ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ, ਉਹਨਾਂ ਦੇ ਕੋਲ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਦੇ ਖਿਲਾਫ ਜਾਣ ਦਾ ਹੱਕ ਅਜੇ ਬਾਕੀ ਹੈ। ਫਿਲਹਾਲ ਲੈ ਕੇ ਜਾਂਦੇ ਆ, ਕਿਵੇਂ ਲੈ ਕੇ ਜਾਂਦੇ ਆ ਜਾਂ ਕਿੰਨਾ ਕੁ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਆ, ਉਹ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ। ਪਰ ਘੱਟੋ ਘੱਟ ਆਪਾਂ ਕੁਝ ਮਾਪਿਆਂ ਨਾਲ ਜ਼ਰੂਰ ਗੱਲ ਕਰਾਂਗੇ ਜਿਨ੍ਹਾਂ ਨੂੰ ਇਸ ਫੈਸਲੇ ਦੇ ਆਉਣ ਤੋਂ ਬਾਅਦ ਧੱਕਾ ਲੱਗਾ ਆ ਜਾਂ ਕਹਿ ਲਓ ਕਿ ਉਹਨਾਂ ਨੂੰ ਇਹ ਫੈਸਲਾ ਨਾ ਪਸੰਦ ਆ। ਸੋ ਕੁਝ ਪੇਰੈਂਟਸ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਤੇ ਇਹ ਦੱਸ ਦਿਓ ਤੁਹਾਡਾ ਬੱਚਾ ਜਿਹੜਾ ਆ ਉਹ ਕਿਹੜੀ ਜਮਾਤ 'ਚ ਪੜ੍ਹਦਾ ਹੈ। ਭਾਜੀ ਮੇਰਾ ਨਾਮ ਮਨੂ ਬੰਗਾ ਆ ਔਰ ਮੇਰਾ ਬੱਚਾ ਕੈਂਬਰਿਜ ਸਕੂਲ ਦੇ ਵਿੱਚ 2nd ਕਲਾਸ ਦੇ ਵਿੱਚ ਪੜ੍ਹਦਾ ਹੈ, ਜਿਸ ਦੀ ਇਹਨਾਂ ਨੇ 1 ਮਹੀਨੇ ਦੀ ਟਿਊਸ਼ਨ ਫੀਸ 3450 ਰੁਪਏ ਦੱਸੀ ਹੈ ਸਾਨੂੰ ਕਿ ਪੇ ਕਰਨ ਨੂੰ, ਕਿ 1 ਮਹੀਨੇ ਦੀ ਟਿਊਸ਼ਨ ਫੀਸ। ਮਤਲਬ ਅੱਗੇ ਸੀਗਾ ਕਿ ਟਿਊਸ਼ਨ ਫੀਸ ਨੂੰ ਇੱਕ ਅਲੱਗ ਰੱਖਿਆ ਜਾਂਦਾ ਸੀ, ਹੁਣ ਕੀ ਕੀਤਾ ਕੰਪਿਊਟਰ ਕਲਾਸ, ਐਕਟੀਵਿਟੀ ਕਲਾਸਿਸ, ਉਹਨੂੰ ਸਾਰਾ ਇਕੱਠਾ ਕਰਕੇ ਇੱਕ ਜੁਆਇੰਟ ਫੀਸ ਬਣਾਤੀ ਟਿਊਸ਼ਨ ਫੀਸ ਕਰਕੇ 3450 ਰੁਪਏ। ਤਾਂ ਨਾ ਤਾਂ ਬੱਚਾ ਸਕੂਲ ਗਿਆ ਤੇ ਨਾ ਬੱਚੇ ਨੇ ਐਕਟੀਵਿਟੀ ਕਲਾਸ ਲਗਾਈ, ਨਾ ਬੱਚੇ ਨੇ ਕੰਪਿਊਟਰ ਕਲਾਸ ਯੂਜ਼ ਕੀਤੀ। ਤੇ ਕਿਸ ਚੀਜ਼ ਦਾ 3450 ਰੁਪਏ? ਇੱਕ ਸਿਰਫ ਅੱਧਾ ਘੰਟਾ ਜਿਹੜਾ WhatsApp ਦੇ ਉੱਪਰ ਮੈਸੇਜ ਭੇਜ ਦਿੰਦੇ ਆ ਉਸ ਚੀਜ਼ ਦਾ 3450 ਰੁਪਏ। ਹੁਣ ਅਦਾਲਤ ਦੇ ਫੈਸਲੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਭਾਜੀ ਸਾਨੂੰ ਅਦਾਲਤ ਤੋਂ ਬਿਲਕੁਲ ਨਹੀਂ ਸੀਗੀ ਕਿ ਉਮੀਦ ਕਿ ਅਦਾਲਤ ਇੰਨਾ ਗੰਦਾ ਫੈਸਲਾ ਸੁਣਾਊਗੀ ਕਿ ਸਾਡੇ ਸਾਰੇ ਦੇ ਪੇਰੈਂਟਸ ਜੋ ਕਿ ਅਸੀਂ ਕੰਮਾਂ-ਕਾਰਾਂ ਤੋਂ ਬੇਘਰ ਹੋਏ ਆ ਔਰ ਜਿਹਨਾਂ ਕਈ ਤਾਂ ਇੱਦਾਂ ਦੇ ਜਿਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲੀਆਂ ਜਾਂ ਤਨਖਾਹਾਂ ਅੱਧੀਆਂ ਮਿਲੀਆਂ ਆ, ਤੇ ਉਹ ਕਿੱਦਾਂ ਫੀਸ ਪੇ ਕਰਨਗੇ ਬੱਚੇ ਨੂੰ? ਇਸ ਟਾਈਮ ਘਰ ਦੇ ਗੁਜ਼ਾਰੇ ਇੰਨੇ ਮੁਸ਼ਕਿਲ ਹੋਏ ਆ। ਸਰਕਾਰ ਨੇ ਵੀ ਦੇਖਿਆ ਆ ਕਿ ਕਿੰਨਾ ਮੁਸ਼ਕਿਲ ਲੋਕੀ ਗੁਜ਼ਾਰਾ ਕਰ ਰਹੇ ਆ ਹਰ ਚੀਜ਼ ਦੇ ਉੱਪਰ, ਤੇ ਸਾਨੂੰ ਇਸ ਚੀਜ਼ ਦੀ ਉਮੀਦ ਨਹੀਂ ਸੀ ਕਿ ਕੋਰਟ ਇੱਦਾਂ ਦਾ ਫੈਸਲਾ ਸੁਣਾਊਗੀ ਕਿ ਪੇਰੈਂਟਸ ਨੂੰ ਹੋਰ ਝਟਕਾ ਲੱਗੂਗਾ। ਬਹੁਤ ਹੀ ਵੱਡਾ ਝਟਕਾ ਲੱਗਾ ਜਿਹੜਾ ਅੱਜ ਇਹ ਪੇਰੈਂਟਸ ਨੂੰ ਜਿਹੜਾ ਹਾਈ ਕੋਰਟ ਨੇ ਜਿਹੜਾ ਅੱਜ ਫੈਸਲਾ ਸੁਣਾਇਆ ਆ। ਅੱਛਾ, ਇਹ ਵੀ ਪਤਾ ਲੱਗਾ ਜਰਨੈਲ ਨੰਗਲ ਹੋਰਾਂ ਨੇ ਦਾਅਵਾ ਕੀਤਾ ਕਿ ਸਵੇਰ ਦੇ ਮੈਸੇਜ ਆਣੇ ਸ਼ੁਰੂ ਹੋ ਗਏ ਜਦ ਕਿ ਫੈਸਲਾ ਬਾਅਦ ਚ ਆਉਂਦਾ ਹੈ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ, ਮੈਸੇਜ ਸਵੇਰ ਦੇ ਆਣੇ ਸ਼ੁਰੂ ਹੋ ਗਏ ਆ ਕਿ ਆਪਣੇ ਸਕੂਲ ਦੀਆਂ ਫੀਸਿਸ ਨੂੰ ਜਮ੍ਹਾਂ ਕਰਾ ਦਿਓ, ਨਹੀਂ ਤਾਂ ਫਾਈਨ ਚਾਰਜਿਸ ਨਾਲ ਐਕਸਟਰਾ ਲਏ ਜਾਣਗੇ ਬੱਚਿਆਂ ਦੇ। ਤੇ ਤੁਸੀਂ ਕੀ ਸੋਚਦੇ ਹੋ ਫਿਰ ਜਿਹੜੇ ਨਿੱਜੀ ਸਕੂਲ ਹੁਣ ਇਸ ਤਰੀਕੇ ਦੇ ਨਾਲ ਇੱਕ ਤਰੀਕੇ ਨਾਲ ਤੁਹਾਡੀਆਂ ਜੇਬਾਂ ਨੂੰ ਜ਼ਬਰਦਸਤੀ ਫਰੋਲਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਫਿਰ ਉੱਥੇ ਆਪਣੇ ਬੱਚਿਆਂ ਨੂੰ ਪੜਾਉਣ ਦੀ ਇੱਛਾ ਰੱਖਦੇ ਹੋ ਅੱਗੇ ਤੋਂ ਤੁਸੀਂ? ਬਿਲਕੁਲ ਨਹੀਂ। ਦੇਖੋ ਮੈਂ ਤਾਂ ਇੱਥੇ ਤੱਕ ਕਹਿ ਰਿਹਾ, ਮੈਂ ਸਾਰਿਆਂ ਨੂੰ ਵੀ ਇਹੀ ਕਹਿੰਦਾ ਕਿ ਜੇ ਬੱਚੇ ਦਾ 1 ਸਾਲ ਦਾ ਗੈਪ ਪੈਂਦਾ ਨਾ, ਇਕੱਠੇ ਹੋ ਜਾਓ 1 ਸਾਲ ਦਾ ਗੈਪ ਲਓ ਤਾਂ ਕਿ ਸਕੂਲਾਂ ਨੂੰ ਵੀ ਪਤਾ ਲੱਗ ਜਾਵੇ ਕਿ ਪੇਰੈਂਟਸ ਵੀ ਕੁਝ ਚੀਜ਼ ਹੈਗੀ ਆ, ਕਿ ਲੋਕ ਵੀ ਇੱਕ ਪਾਵਰ ਹੈਗੀ ਆ। 1 ਸਾਲ ਦੇ ਬੱਚੇ ਦਾ ਗੈਪ ਪੈ ਜਾਊਗਾ, ਕੋਈ ਬੱਚੇ ਦੀ PhD ਨਹੀਂ ਰੁਕਣ ਲੱਗੀ, ਕਿਉਂਕਿ ਐਡਮਿਸ਼ਨਾਂ ਦਿੱਤੀਆਂ ਹੋਈਆਂ, ਕੋਈ ਬੱਚਾ ਤਾਂ ਹੁਣ ਸਕੂਲੋਂ ਕੱਢ ਨਹੀਂ ਸਕਦਾ। ਜੇ ਤੁਸੀਂ 1 ਸਾਲ ਨਹੀਂ ਵੀ ਬੱਚੇ ਨੂੰ ਪੜਾਉਂਗੇ ਤਾਂ ਕੋਈ ਫਰਕ ਨਹੀਂ ਪੈਣ ਲੱਗਾ ਭਾਜੀ। ਮੇਰੀ ਤਾਂ ਸਾਰਿਆਂ ਨੂੰ ਇਹੀ ਅਪੀਲ ਆ ਕਿ ਜੇ ਨਹੀਂ ਹੱਲ ਹੁੰਦਾ ਤੇ ਆਪਣੇ ਬੱਚਿਆਂ ਨੂੰ 1 ਸਾਲ ਸਕੂਲੋਂ ਹਟਾ ਦਿਓ ਤਾਂ ਕਿ ਸਕੂਲੋਂ ਵੀ ਮੈਨੇਜਮੈਂਟ ਫਿਰ ਚੰਗੀ ਤਰ੍ਹਾਂ ਹਿੱਲੇ। ਜੇ ਅਸੀਂ ਹਿੱਲੇ ਹੋਏ ਆ ਕਰੋਨਾ ਦੇ ਵਿੱਚ, ਅਸੀਂ ਸਾਰੇ ਹਿੱਲ ਚੁੱਕੇ ਆ, ਤੇ ਇਹ ਵੀ ਹਿੱਲਣਾ, ਇਹਨਾਂ ਨੂੰ ਵੀ ਪਤਾ ਲੱਗੇ। ਨਹੀਂ, 1 ਸਾਲ ਦਾ ਗੈਪ ਪਵਾਉਣ ਦੀ ਬਜਾਏ ਜੇ ਸਰਕਾਰੀ ਸਕੂਲਾਂ ਵੱਲ ਵੀ ਭੇਜ ਦਿੱਤਾ ਜਾਵੇ ਬੱਚਿਆਂ ਨੂੰ ਤਾਂ ਕੋਈ ਵੱਡਾ ਹਰਜ ਨਹੀਂ ਆ। ਉੱਥੇ ਸਰਕਾਰ ਦੀ ਵੀ ਜ਼ਿੰਮੇਵਾਰੀ ਬਣ ਜੂਗੀ ਕਿ ਇਹਨਾਂ ਬੱਚਿਆਂ ਦੀ ਚੰਗੀ ਪੜ੍ਹਾਈ ਦੇ ਪ੍ਰਬੰਧ ਕਰਨੇ ਨੇ। ਉਹ ਨਹੀਂ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ, ਸਰਕਾਰੀ ਸਕੂਲਾਂ ਦੇ ਵਿੱਚ ਕਈ ਤਾਂ ਟੀਚਰਸ ਹੀ ਹੈ ਨਹੀਂ ਕਿ ਬੱਚੇ ਨੂੰ, ਕਿ ਸਾਇੰਸ ਦੇ ਜਾਂ ਟੀਚਰ ਹੈ ਨਹੀਂ ਜਾਂ ਇੰਗਲਿਸ਼ ਟੀਚਰ ਹੈ ਨਹੀਂ, ਉਹ 'ਚ ਕੀ ਕਰਦੇ ਪਏ ਹਿੰਦੀ ਦਾ ਟੀਚਰ ਬੱਚਿਆਂ ਨੂੰ ਸਾਇੰਸ ਕਰਾ ਰਿਹਾ ਆ। ਇਹ ਵੀ ਪ੍ਰੋਬਲਮ ਬਹੁਤ ਵੱਡੀ ਆ। ਇਸੇ ਕਰਕੇ ਸੋਚ ਕੇ ਹੀ ਪ੍ਰਾਈਵੇਟ ਸਕੂਲਾਂ ਵੱਲ ਬੱਚਿਆਂ ਨੂੰ ਮੂਵ ਕੀਤਾ ਸੀਗਾ। ਮੈਨੂੰ ਲੱਗਦਾ ਕਿ ਇਹੀ ਨਜ਼ਰੀਆ ਥੋੜਾ ਜਿਹਾ ਕਿਤੇ ਨਾ ਕਿਤੇ ਅਸੀਂ ਚੂਕ ਵੀ ਕਰ ਜਾਂਦੇ ਆ, ਥੋੜੀ ਗਲਤੀ ਵੀ ਕਰ ਜਾਂਦੇ ਆ। ਅਸੀਂ ਇਦਾਂ ਦੇ ਮਾਮਲਿਆਂ ਦੇ ਵਿੱਚ ਸਰਕਾਰਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਚੁੱਕਣ ਦੀ ਬਜਾਏ, ਸਰਕਾਰਾਂ ਨੂੰ ਘੇਰਨ ਦੀ ਬਜਾਏ ਨਾ ਆਪ ਬਦਲਵਾਂ ਰਾਹ ਲੱਭ ਲੈਂਦੇ ਕਿ ਜੇ ਸਰਕਾਰੀ ਸਕੂਲਾਂ 'ਚ ਅਧਿਆਪਕ ਨਹੀਂ ਤਾਂ ਚਲੋ ਅਸੀਂ ਆਪਣੇ ਬੱਚੇ ਨੂੰ ਨਿੱਜੀ ਸਕੂਲਾਂ 'ਚ ਪੜ੍ਹਾ ਲੈਂਦੇ। ਜੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾ ਕੇ ਸਰਕਾਰ ਤੇ ਇਸ ਗੱਲ ਦਾ ਪ੍ਰੈਸ਼ਰ ਪਾਇਆ ਜਾਵੇ ਕਿ ਤੁਸੀਂ ਸਕੂਲ ਦੇ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰੋ ਤੇ ਜ਼ਿਆਦਾ ਬਿਹਤਰ ਰਹਿ ਸਕਦਾ। ਮੇਰੇ ਗ੍ਰੈਂਡ ਡਾਟਰ ਐਂਡ ਗ੍ਰੈਂਡ ਸਨ ਜਿਹੜੇ ਆ ਲਾਰਡ ਮਹਾਵੀਰਾ ਜੈਨ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਆ। ਉਹਨਾਂ ਦੇ 2 ਦਿਨ ਪਹਿਲਾਂ ਤੋਂ ਆਪਣੇ ਆ ਰਹੇ ਆ ਮੈਸੇਜ ਕਿ ਫੀਸ ਜਮ੍ਹਾਂ ਕਰਾ ਦਿਓ। ਜੇ ਤੁਸੀਂ ਫੀਸ ਜਮ੍ਹਾਂ ਕਰਾ ਦਿੱਤੀ ਆ ਤਾਂ ਇਸ ਮੈਸੇਜ ਨੂੰ ਇਗਨੋਰ ਕਰ ਦਿਓ। ਹਾਈ ਕੋਰਟ ਨੇ ਸਾਰਾ ਫੈਸਲਾ ਹੀ ਸਕੂਲ ਦੇ ਹੱਕ ਵਿੱਚ ਦੇ ਦਿੱਤਾ। ਮੈਨੂੰ ਲੱਗਦਾ ਇਹ ਸਰਕਾਰਾਂ ਨੇ ਔਰ ਸਿੱਖਿਆ ਵਿਭਾਗ ਨੇ ਸਾਰੇ ਰਲ ਕੇ ਇੱਕ ਸਕੀਮ ਬਣਾਈ ਸੀਗੀ ਕਿ ਇਹਨਾਂ ਨੂੰ ਲੁੱਟਿਆ ਜਾਵੇ ਕਿਸੇ ਤਰੀਕੇ ਨਾਲ ਵੀ, ਔਰ ਸਕੂਲਾਂ ਵਾਲੇ ਜਿਹੜੇ ਹੈ ਉਹ ਸਾਨੂੰ ਲੁੱਟਣ ਨੂੰ ਤਿਆਰ ਬੈਠੇ ਆ। ਉਹ ਤਾਂ ਹੁਣ ਇਹ ਜਦੋਂ ਹਾਈ ਕੋਰਟ ਦਾ ਇੱਕ ਫੈਸਲਾ ਆ ਗਿਆ, ਹੁਣ ਤਾਂ ਉਹ ਸਾਡੇ 'ਤੇ ਜ਼ਿਆਦਾ ਪ੍ਰੈਸ਼ਰ ਬਣਾਉਣਗੇ। ਇੱਕ ਸਾਡੇ ਕੋਲ ਸਾਡੇ ਭਾਈ ਸਾਹਿਬ ਖੜ੍ਹੇ ਸੀਗੇ, ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਅੱਜ ਮੈਸੇਜ ਆਇਆ ਸੀਗਾ ਕਿ ਫੀਸ ਜਮ੍ਹਾਂ ਕਰਾਓ। ਮੈਂ ਸਕੂਲੇ ਗਿਆ, ਉਹ ਕਹਿੰਦੇ ਜੀ ਤੁਸੀਂ ਅੱਜ ਫੀਸ ਜਮ੍ਹਾਂ ਕਰਾ ਦਿਓ, ਜੇ ਤੁਸੀਂ ਕੱਲ੍ਹ ਤੱਕ ਨਾ ਕਰਾਈ ਤਾਂ ਅਸੀਂ ਬੱਚੇ ਦਾ ਨਾਂ ਕੱਟ ਦਿਆਂਗੇ। ਹੁਣ ਸਕੂਲਾਂ ਵਾਲਿਆਂ ਨੂੰ ਇਹ ਬਹਾਨਾ ਮਿਲ ਜਾਏਗਾ ਕਿ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ। ਹੁਣ ਸਾਡੀ ਗੱਲ ਨਾ ਤਾਂ ਕਿਸੇ ਐਡਮਿਨਿਸਟ੍ਰੇਸ਼ਨ ਨੇ ਸੁਣਨੀ ਆ। ਹੁਣ ਸਾਡੇ ਕੋਲ ਇੱਕੋ ਹੀ ਰਾਹ ਆ ਕਿ ਸਰਕਾਰ ਇੱਕ ਮਤਾ ਲਿਆਵੇ, ਇਸ ਮਤੇ ਨੂੰ ਪਾਸ ਕਰਾਵੇ। ਸਕੂਲ ਲਈ ਜੋ ਵੀ ਹੈ ਸਾਡੇ ਹੱਕ 'ਚ ਕੁਝ ਫੈਸਲਾ ਆਉਣਾ ਚਾਹੀਦਾ, ਕਿਉਂਕਿ ਕਰੋਨਾ ਮਹਾਮਾਰੀ ਦੇ ਵਿੱਚ ਇਸ ਵੇਲੇ ਅਸੀਂ ਬਹੁਤ ਬੁਰੇ ਕਗਾਰ 'ਤੇ ਪਹੁੰਚ ਚੁੱਕੇ ਹਾਂ। ਸਾਡੇ ਲਈ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ, ਔਰ ਸਾਡੇ ਉੱਤੇ ਇਹ ਹਾਈ ਕੋਰਟ ਨੇ ਇੱਕ ਫੈਸਲਾ ਸੁਣਾ ਕੇ ਇੱਕ ਬੋਝ ਹੋਰ ਟੈਨਸ਼ਨ ਪਾਤੀ ਆ।
ਤੇ ਮੈਂ ਤਾਂ ਇਹ ਕਹੂੰਗਾ ਆਪਣੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇਹ ਕਹੂੰਗਾ ਕਿ ਇੱਕ ਮਤਾ ਪਾ ਕੇ ਇੱਕ ਸਾਡੇ ਲਈ ਕੁਝ ਵੀ ਕਰੋ। ਗੌਰਮੈਂਟ ਜੇ ਸਾਡਾ ਨਹੀਂ ਸੋਚੇਗੀ ਤਾਂ ਅਸੀਂ ਕਿਹਨੂੰ ਕਵਾਂਗੇ, ਕਿਉਂਕਿ ਸਕੂਲਾਂ ਵਾਲਿਆਂ ਨੇ ਸਾਡੀ ਸੁਣਨੀ ਨਹੀਂ ਗੀ। ਦੇਖੋ ਕਿਤਾਬਾਂ ਦੇ ਸਕੂਲਾਂ ਵਿੱਚ ਵਾਲਿਆਂ ਨੇ ਤਾਂ ਗਵਰਨਮੈਂਟ ਦੀ ਵੀ ਨਹੀਂ ਸੁਣੀ, ਕਿਉਂਕਿ ਗਵਰਨਮੈਂਟ ਨੇ ਵੀ ਤਾਂ ਪਹਿਲਾਂ ਇਹੀ ਦਰਖਾਸਤ ਕੀਤੀ ਸੀਗੀ ਕਿ ਤੁਸੀਂ ਮਾਪਿਆਂ ਦੇ ਕੋਲੋਂ ਫੀਸ ਜਿਹੜੀ ਆ ਟਿਊਸ਼ਨ ਫੀਸ ਆ ਜਿਹੜੀ ਉਹ ਸੀਮਤ ਮਾਤਰਾ ਦੇ ਵਿੱਚ ਵਸੂਲੋ ਤਾਂ ਕਿ ਮਾਪਿਆਂ ਦੇ ਉੱਤੇ ਬੋਝ ਨਾ ਪਵੇ। ਤੇ ਫਿਰ ਇਹਨਾਂ ਸਕੂਲਾਂ ਨੇ ਸਰਕਾਰ ਦੇ ਉੱਤੇ ਪ੍ਰਸ਼ਨ ਚਿੰਨ੍ਹ ਧਰਤਾ ਸੀਗਾ ਕਿ ਤੁਸੀਂ ਸਾਡੀ ਬਾਂਹ ਫੜ ਲਓ, ਫਿਰ ਤੁਸੀਂ ਕੁਝ ਕਰ ਦਿਓ ਤੇ ਅਸੀਂ ਉਸ ਮੁਤਾਬਕ ਜਿਹੜਾ ਕਰ ਸਕਦੇ ਹਾਂ। ਸਾਡਾ 8ਵੀਂ 'ਚ ਪੜ੍ਹਦੇ ਬੱਚਾ। ਨਾਮ ਕੀ ਹੈ ਤੁਹਾਡਾ? ਸਰਬਜੀਤ। ਸਰਬਜੀਤ ਜੀ, ਫੈਸਲਾ ਆ ਗਿਆ ਹੁਣ ਹਾਈ ਕੋਰਟ ਦਾ ਕਿ ਤੁਹਾਨੂੰ ਫੀਸਾਂ ਜਿਹੜੀਆਂ ਉਹ ਦੇਣੀਆਂ ਪੈਣਗੀਆਂ, ਦਾਖਲਾ ਫੀਸ ਵੀ ਦੇਣੀ ਪੈਗੀ ਹਾਈ ਕੋਰਟ ਦਾ। ਤੇ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਸਕੂਲਾਂ ਦਾ ਵਿਵਹਾਰ ਇਸ ਫੈਸਲੇ ਤੋਂ ਬਾਅਦ ਕਿਦਾਂ ਦਾ ਨਜ਼ਰ ਆ ਰਿਹਾ ਤੁਹਾਨੂੰ? ਫੈਸਲਾ ਜੀ ਮਾੜਾ ਹੀ ਹੈ, ਹੁਣ ਕਿੱਥੋਂ ਦੇਈਏ, ਨਾ ਕੰਮ ਕਰਦਾ ਹੈ ਨਾ ਬਿਲਕੁਲ ਹੀ ਵਿਹਲੇ, ਨਾ ਕਾਰੋਬਾਰ ਨਾ ਕੰਮ ਕਰ ਰਿਹਾ ਕੋਈ, ਵਿਹਲੇ ਬਹਿ ਕੇ ਤਾਂ ਰੋਟੀ ਦਾ ਖਾਣ ਦਾ ਟਾਈਮ ਔਖਾ ਹੋਇਆ। ਤੇ ਬਾਕੀ ਹੁਣ ਬੰਦਾ ਆਪੇ ਸੋਚਣਾ ਚਾਹੀਦਾ, ਸਰਕਾਰਾਂ ਨੂੰ ਸੋਚਣਾ ਚਾਹੀਦਾ, ਗੱਲਾਂ ਪਤਾ ਹੈ ਗਲਤ ਹੈ। ਸਕੂਲਾਂ ਦੇ ਰਵੱਈਏ ਦੇ ਵਿੱਚ ਕੋਈ ਤਬਦੀਲੀ ਆਈ ਇਸ ਫੈਸਲੇ ਤੋਂ ਬਾਅਦ? ਨਹੀਂ ਉਹਨਾਂ ਦੇ ਕੋਈ, ਉਹ ਤਾਂ ਕਹਿੰਦੇ ਵੀ ਸਾਨੂੰ ਫੀਸ ਜਮ੍ਹਾਂ 1 ਮਹੀਨੇ ਦੀ ਕਰਾ ਦਿਓ ਜਮ੍ਹਾਂ, ਵੀ ਤੁਹਾਡਾ ਮੁੰਡਾ ਜਿਹੜਾ 8ਵੀਂ 'ਚ ਪੜ੍ਹਦਾ ਮਤਲਬ ਸਾਨੂੰ ਰੋਲ ਨੰਬਰ ਲੈਣ ਦੇ ਚੰਡੀਗੜ੍ਹ ਜਾਣਾ ਪੈਣਾ, ਮੋਹਾਲੀ। ਸੋ ਹੁਣ ਥੋੜਾ ਜਿਹਾ ਇਹ ਦੌਰ ਵੀ ਸ਼ੁਰੂ ਹੋ ਜਾਣਾ ਕਿਉਂਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਹੌਸਲੇ ਨਿੱਜੀ ਸਕੂਲਾਂ ਦੇ ਬੁਲੰਦ ਹੋਣੇ ਆ ਤੇ ਉਹਨਾਂ ਬੁਲੰਦ ਹੌਸਲਿਆਂ ਦੇ ਨਾਲ ਇਹਨਾਂ ਮਾਪਿਆਂ ਦੇ ਨਾਲ ਵਿਵਹਾਰ ਉਹਨਾਂ ਦਾ ਕਿਹੋ ਜਿਹਾ ਹੋਣਾ, ਇਹ ਥੋੜਾ ਜਿਹਾ ਦੇਖਣਯੋਗ ਗੱਲ ਹੋਏਗੀ। ਜੇ ਤਾਂ ਨਰਮੀ ਦੇ ਵਰਤਾਓ ਨਾਲ ਇਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦਿਆਂ ਹੋਇਆਂ ਫੀਸਾਂ ਦੀ ਵਸੂਲੀ ਜੇ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਆ ਤੇ ਉਹ ਵਸੂਲੀ ਕੀਤੀ ਜਾਂਦੀ ਆ, ਜਾਂ ਕਿਸੇ ਦੀ ਮਜਬੂਰੀ ਨੂੰ ਸਮਝਦਿਆਂ ਫੀਸਾਂ ਦੇ ਵਿੱਚ ਕੋਈ ਕਟੌਤੀ ਕੀਤੀ ਜਾਂਦੀ ਹੈ ਜਾਂ ਨਹੀਂ ਲਈਆਂ ਜਾਂਦੀਆਂ, ਮਾਫ ਕੀਤੀਆਂ ਜਾਂਦੀਆਂ, ਜਿੱਦਾਂ ਅਦਾਲਤ ਨੇ ਕਿਹਾ ਕਿ ਜੇ ਕੋਈ ਮਜਬੂਰ ਹੈ ਤਾਂ ਉਹਦੇ ਤੋਂ ਫੀਸ ਨਾ ਲਓ। ਉਹਨਾਂ ਹਾਲਾਤਾਂ ਦੇ ਵਿੱਚ ਕਿੱਦਾਂ ਦਾ ਵਿਵਹਾਰ ਰਹਿੰਦਾ ਸਕੂਲਾਂ ਦਾ, ਇਹ ਵੀ ਦੇਖਣਯੋਗ ਹੈ। ਪਰ ਇਸ ਫੈਸਲੇ ਤੋਂ ਬਾਅਦ ਹੁਣ ਸਰਕਾਰ ਦਾ ਕਿੱਦਾਂ ਦਾ ਪਹਿਲੂ ਨਜ਼ਰ ਆਉਂਦਾ ਇਸ ਮਾਮਲੇ 'ਚ, ਕਿਉਂਕਿ ਸਿਆਸੀ ਪਾਰਟੀਆਂ ਕਹਿੰਦੀਆਂ ਆ ਕਿ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾਵੇ ਔਰ ਉਸ ਇਜਲਾਸ ਦੇ ਵਿੱਚ ਇਸ ਫੀਸ ਦੇ ਫੈਸਲੇ ਦੇ ਉੱਤੇ ਕੋਈ ਨਾ ਕੋਈ ਆਪਣਾ ਫੈਸਲਾ ਜਿਹੜਾ ਉਹ ਲਿਆ ਜਾਵੇ। ਕੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਂਦਾ? ਵੈਸੇ ਮਾਮਲੇ ਤਾਂ ਕਿਉਂਕਿ ਹੁਣ ਬਹੁਤ ਭਖੇ ਹੋਏ ਆ, ਹਰ ਮਾਮਲੇ ਦੇ ਉੱਤੇ ਵਿਧਾਨ ਸਭਾ ਦੇ ਇਜਲਾਸ ਦੀ ਮੰਗ ਕੀਤੀ ਜਾਂਦੀ ਆ। ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦੀ ਗੱਲ ਕਰ ਲਈਏ, ਕਿਸਾਨ ਵਿਰੋਧੀ ਆਏ 3 ਆਰਡੀਨੈਂਸਾਂ ਦੀ ਗੱਲ ਕਰ ਲਈਏ, ਸੰਘੀ ਢਾਂਚੇ ਦੇ ਉੱਤੇ ਹੋਣ ਵਾਲੇ ਹਮਲੇ ਦੀ ਗੱਲ ਕਰ ਲਈਏ, ਜਾਂ ਫਿਰ ਇਸ ਤਰੀਕੇ ਦੇ ਕੁਝ ਹੋਰ ਮੁੱਦੇ ਨੇ ਜਿਹੜੇ ਚਰਚਾ ਦੀ ਮੰਗ ਕਰਦੇ ਨੇ। ਸਰਕਾਰ ਵੱਲੋਂ ਇਜਲਾਸ ਸੱਦਿਆ ਜਾਂਦਾ ਹੈ, ਇਸ ਫੈਸਲੇ ਤੇ ਕੋਈ ਟੀਕਾ ਟਿੱਪਣੀ ਕੀਤੀ ਜਾਂਦੀ ਹੈ, ਜਾਂ ਮਾਪਿਆਂ ਨੂੰ ਆਪਣੀ ਜੇਬ ਢਿੱਲੀ ਹੋਣ ਦੇ ਬਾਵਜੂਦ ਹੋਰ ਢਿੱਲੀ ਕਰਨੀ ਪੈਂਦੀ ਹੈ? ਇਹ ਫਿਲਹਾਲ ਆਉਣ ਵਾਲੇ ਦਿਨਾਂ 'ਚ ਸਥਿਤੀ ਸਪਸ਼ਟ ਹੋ ਜਾਏਗੀ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।